ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਘੱਟੋ ਘੱਟ ਮੇਰਾ ਦੁੱਖ ਸੁਣਨ ਇੱਥੇ ਪਹੁੰਚੇ ਹੋ। ਇਹ ਬਹੁਤ ਵੱਡੀ ਗੱਲ ਹੈ। ਦੂਸਰੀ ਗੱਲ, ਜਿਹੜਾ ਡਿਸਪਿਊਟ ਹੈ ਉਹ ਲਗਭਗ 2019 ਤੋਂ ਸਾਡਾ ਚੱਲ ਰਿਹਾ ਹੈ। ਉਹ ਸਾਰੇ ਪ੍ਰਸ਼ਾਸਨ ਨੂੰ ਜਾਂ ਸਾਰੇ ਇਲਾਕੇ ਨੂੰ ਉਹਦਾ ਪਤਾ ਹੀ ਹੈ। ਅਤੇ ਇਸ ਦੇ ਸਾਰੇ ਕੁਝ ਦੇ ਚੱਲਦਿਆਂ ਆਹ 2-3 ਦਿਨ ਪਹਿਲਾਂ ਸਾਡਾ ਭਾਈ ਸਾਹਿਬ ਜਿਹੜਾ ਹੈਗਾ ਰੁਪਿੰਦਰ ਸਿੰਘ ਭੁੱਚਾ, ਇਹ ਇੱਕ ਸ਼ਰਾਬੀ ਹਾਲਤ ਦੇ ਵਿੱਚ ਇੱਥੇ ਆਇਆ। ਕਿੰਨੀ ਤਰੀਕ ਦੀ ਗੱਲ ਹੈ? ਇਹ 9 ਤਰੀਕ ਸ਼ਾਮ ਦੀ ਗੱਲ ਹੈ ਜੀ। ਲਗਭਗ 6:15 ਵਜੇ ਹਨੇਰਾ ਹੋ ਚੁੱਕਿਆ ਸੀ ਅਤੇ ਮੈਂ ਆਪਦਾ ਕੰਮ ਕਰ ਰਿਹਾ ਸੀ। ਇੱਕ ਪੇਸ਼ੈਂਟ ਮੈਂ ਦੇਖ ਰਿਹਾ ਸੀਗਾ। ਇਸ ਦੌਰਾਨ ਹੀ ਉਹ ਸ਼ਰਾਬੀ ਹਾਲਤ ਵਿੱਚ ਆਇਆ ਅਤੇ ਉਹਨੇ ਆਉਣ ਸਾਰ ਮੇਰੇ 'ਤੇ ਹਮਲਾ ਕਰਤਾ। ਤੁਹਾਡੇ ਭਾਈ ਸਾਹਿਬ ਨੇ? ਹਾਂ ਜੀ, ਮੇਰੇ ਭਾਈ ਸਾਹਿਬ ਨੇ, ਰੁਪਿੰਦਰ ਸਿੰਘ ਭੁੱਚਾ। ਉਹ ਜਿਹੜਾ ਮੇਰੇ ਕੋਲ ਕਸਟਮਰ ਸੀ ਉਹਨੇ ਵੀ ਹਟਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਵੀ ਗਲ ਪਿਆ, ਉਹ ਚਲਾ ਗਿਆ। ਉਸ ਤੋਂ ਬਾਅਦ ਇਹਨੇ ਇੱਕਦਮ ਮੇਰੇ 'ਤੇ ਹਮਲਾ ਕੀਤਾ ਔਰ ਇਹ ਇੱਕ ਬੜੀ ਸੋਚੀ ਸਮਝੀ ਚਾਲ ਅਤੇ ਸਾਜ਼ਿਸ਼ ਨਾਲ ਇੱਥੇ ਆਇਆ ਸੀ, ਜਿਹਨੇ ਆਉਣ ਸਾਰ ਕੋਈ ਜ਼ਿਆਦਾ ਗੱਲਬਾਤ ਕੀਤੇ ਬਿਨਾਂ ਹੀ ਸਿੱਧਾ ਹੀ ਆ ਕੇ ਅਟੈਕ ਕੀਤਾ ਮੇਰੇ 'ਤੇ। ਉਹ ਅਟੈਕ ਦੇ ਵਿੱਚ ਮੇਰੇ ਜ਼ਖਮ ਵੀ ਹੋਇਆ ਅਤੇ ਉਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਸਾਡੀ ਦਸਤਾਰ ਹੈ ਜਿਹੜੀ, ਉਹ ਇੱਥੇ ਉਹਦੀ ਬੇਅਦਬੀ ਹੋਈ ਹੈਗੀ ਹੈ। ਇਹ ਸਾਰਾ ਕੁਛ ਜਦੋਂ ਹੋਇਆ ਉਸ ਤੋਂ ਬਾਅਦ ਸਾਡੇ ਗੁਆਂਢੀ ਆਏ ਅਤੇ ਉਹਨਾਂ ਨੇ ਸਾਨੂੰ ਛੁਡਾਇਆ। ਬਲਵੀਰ ਹਥਿਆਰ ਵੀ ਸੀ ਕੋਈ ਉਹਨਾਂ ਦੇ ਕੋਲ? ਮੈਨੂੰ ਬਾਅਦ 'ਚ ਪਤਾ ਲੱਗਿਆ ਜਦੋਂ ਮੈਂ ਸਾਰੇ ਇਸ ਦੇਖਿਆ, ਉਹਨਾਂ ਦੇ ਇੱਕ ਆ ਪਿਆ, ਇਹ ਉਹਨਾਂ ਦਾ ਹਥਿਆਰ ਜੋ ਉਹਨਾਂ ਦੇ ਕੋਲ ਸੀ। ਔਰ ਦੂਸਰੀ ਗੱਲ, ਉਹਨਾਂ ਦਾ ਮੋਬਾਇਲ, ਇਹ ਉਹਨਾਂ ਦਾ ਮੋਬਾਇਲ ਹੈ ਜਿਹੜਾ ਅੱਜ ਤੱਕ ਉਹ ਬੜੇ ਸੁਨੇਹੇ ਮੈਨੂੰ ਭੇਜ ਰਹੇ ਆ, ਪੁੱਠੇ ਸਿੱਧੇ ਵੀ ਅਤੇ ਲੋਕਾਂ ਰਾਹੀਂ ਵੀ ਮੇਰਾ ਮੋਬਾਇਲ ਮੈਨੂੰ ਦੇ ਦੇ, ਨਹੀਂ ਤਾਂ ਤੈਨੂੰ ਬਹੁਤ ਮਹਿੰਗਾ ਪਊਗਾ। ਉਹ ਜਿਹੜਾ ਹੈਗਾ, ਇਹ ਦੋਨੋਂ ਚੀਜ਼ਾਂ ਇੱਥੇ ਰਹਿ ਗਈਆਂ। ਦੋਨੋਂ ਚੀਜ਼ਾਂ ਇਹ ਲੜਦੇ ਝਗੜਦੇ ਇੱਥੇ ਰਹਿ ਗਈਆਂ। ਜਿਹੜਾ ਉਹਨਾਂ ਨੇ ਅਗਲੀ ਗੱਲ ਕਹੀ ਹੈ, ਮੈਸੇਜ ਭੇਜਿਆ, ਉਹ ਵੀ ਮੇਰੇ ਕੋਲ ਹੈ ਵੀ ਮੇਰਾ ਮੋਬਾਇਲ ਦੇ ਦੇ, ਨਹੀਂ ਤੈਨੂੰ ਬਹੁਤ ਮਹਿੰਗਾ ਪਊਗਾ। ਕਿਹਦੇ ਥਰੂ ਭੇਜਿਆ ਜੀ ਮੈਸੇਜ? ਮੈਸੇਜ ਇਸੇ ਮੋਬਾਇਲ 'ਤੇ ਆਇਆ। ਇਸੇ ਮੋਬਾਇਲ 'ਤੇ? ਹਾਂ, ਉਹਦੇ ਘਰ ਵਾਲੇ ਫੋਨ ਤੋਂ ਇਸੇ ਮੋਬਾਇਲ 'ਤੇ ਮੈਸੇਜ ਆਇਆ। ਉਹ ਸਰਪੰਚ ਸਾਹਿਬ 2-3 ਵਾਰੀ ਆਏ ਆ, ਉਹ ਵੀ ਉਹਨਾਂ ਦਾ ਫੋਨ ਦਈਏ, ਅਤੇ ਮੈਂ ਚਾਹੁੰਦਾ ਵੀ ਜਿੰਨਾ ਚਿਰ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਆਪਾਂ ਨੂੰ ਫੋਨ ਨਹੀਂ ਦੇਣਾ ਚਾਹੀਦਾ। ਦੂਸਰੀ ਗੱਲ, ਇਹ ਸਾਰੀ ਘਟਨਾ ਤੋਂ ਬਾਅਦ ਜਦੋਂ ਸਾਨੂੰ ਉਹਨਾਂ ਨੇ ਛੁਡਾਤਾ, ਸਾਡੇ ਗੁਆਂਢੀ ਰਘਬੀਰ ਸਿੰਘ, ਬਲਵੀਰ ਸਿੰਘ ਹੋਣੀ ਗੁਆਂਢੀ ਸਾਡੇ ਆ, ਸਾਡੇ ਪਿੰਡ ਦੇ, ਉਹਨਾਂ ਨੇ ਆ ਕੇ ਸਾਨੂੰ ਛੁਡਾਤਾ, ਅੱਡੋ ਅੱਡ ਕਰਤਾ। ਉਸ ਤੋਂ ਬਾਅਦ ਉਹ ਘਰੇ ਚਲਾ ਗਿਆ। ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ, ਗੱਲ ਕਰਕੇ ਅਸੀਂ ਥਾਣੇ ਗਏ। ਥਾਣੇ ਜਾ ਕੇ ਅਸੀਂ ਸਾਰੀ ਆਪਦੀ ਦਾਸਤਾਨ ਜਿਹੜੀ ਸੀ ਉਹ ਸੁਣਾਈ, ਅਤੇ ਮੈਂ ਉਹਨਾਂ ਨੂੰ ਇਹ ਵੀ ਗੱਲ ਆਖੀ ਕਿ ਵਧੀਆ ਹੋਵੇਗਾ ਜੇ ਤੁਸੀਂ ਦੁਕਾਨ 'ਤੇ ਆ ਕੇ ਮੌਕਾ ਦੇਖੋ। ਜ਼ਰੂਰੀ ਹੈ ਤਾਂ ਕਿ ਇਹ ਨਾ ਹੋਵੇ ਵੀ ਤੁਸੀਂ ਕੱਲ੍ਹ ਨੂੰ ਕੋਈ ਗੱਲ ਇੱਦਾਂ ਨਹੀਂ ਹੋਵੇ ਵੀ ਇਹ ਤਾਂ ਜੀ ਕੋਈ ਗੱਲ ਬਣਾਈ ਗਈ ਹੈ। ਅਗਲੀ ਗੱਲ, ਜਿਹੜਾ ਮੇਰਾ ਮੁੱਖ ਮੇਨ ਸੀਗਾ ਮਕਸਦ, ਵੀ ਇਹ ਬੰਦਾ ਸ਼ਰਾਬ ਬਹੁਤ ਪੀਂਦਾ, ਸ਼ਰਾਬ ਦੇ ਨਸ਼ੇ 'ਚ ਰਹਿੰਦਾ ਹੈ। ਜਦੋਂ ਵੀ ਇਹ ਸ਼ਰਾਬ ਪੀ ਲੈਂਦਾ, ਸ਼ਾਮ ਨੂੰ ਦੂਏ ਚੌਥੇ ਦਿਨ ਸਾਨੂੰ ਗਾਲਾਂ ਕੱਢਦਾ ਹੈ, ਜਾਂ ਇਹਦੀ ਜਿਵੇਂ ਹੁਣ ਇਹਦੀ ਹੁੰਦੀ ਹੈ, ਜਿਵੇਂ ਪਹਿਲਾਂ ਮੇਰੇ ਘਰ ਵਾਲੀ 'ਤੇ ਉਹਨੇ ਸ਼ਰਾਬ ਪੀ ਕੇ ਹਮਲਾ ਕੀਤਾ, ਠੀਕ ਹੈ, ਉਹ ਲੜਾਈ ਝਗੜਾ, ਉਹ ਉੱਤੇ ਪਰਚਾ ਦਰਜ ਹੈ, ਠੀਕ ਹੈ, ਉਹਦਾ ਸਾਨੂੰ ਕੋਈ ਸੁਣਵਾਈ ਸਾਡੀ ਅੱਜ ਤੱਕ ਨਹੀਂ ਹੋਈ। ਅਤੇ ਇਹ ਵੀ ਮੈਂ ਪੁਲਿਸ ਨੂੰ ਆਖਿਆ ਸੀ ਕਿ ਉਸਨੂੰ ਤੁਸੀਂ ਬੁਲਾਓ, ਘੱਟੋ ਘੱਟ ਤੁਹਾਨੂੰ ਪਤਾ ਲੱਗੇ ਵੀ ਉਹ ਕਿੰਨੀ ਕੁ ਸ਼ਰਾਬ ਨਸ਼ੇ ਦੀ ਹਾਲਤ ਵਿੱਚ ਹੈ, ਕਿੰਨਾ ਨਸ਼ਾ ਕੀਤਾ ਹੋਇਆ ਉਹਨੇ। ਨਾਲੇ ਤੁਸੀਂ ਮੈਨੂੰ ਚੈੱਕ ਕਰੋ ਤਾਂ ਕਿ ਤੁਹਾਨੂੰ ਸਾਰੀ ਅਸਲੀਅਤ ਤੁਹਾਡੇ ਸਾਹਮਣੇ ਆਵੇ। ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਉਹਨਾਂ ਨੇ ਭਰੋਸਾ ਦੇ ਕੇ ਮੈਨੂੰ ਤੋਰਤਾ ਵੀ ਕੋਈ ਨਹੀਂ ਜੀ, ਕਾਰਵਾਈ ਕਰਾਂਗੇ, ਪਰ ਹਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ। ਇੱਥੇ ਮੌਕਾ ਦੇਖਣ ਕੋਈ ਆਇਆ ਜੀ? ਮੌਕਾ ਦੇਖਣ ਜਦੋਂ ਮੈਂ ਕਿਹਾ ਉਦੋਂ ਵੀ ਨਹੀਂ ਕੋਈ ਆਇਆ, ਅਤੇ ਬਾਅਦ 'ਚ ਵੀ ਨਹੀਂ ਕੋਈ ਮੌਕਾ ਦੇਖਣ। ਹਾਲੇ ਤੱਕ ਕੋਈ ਨਹੀਂ ਆਇਆ? ਹਜੇ ਤੱਕ ਕੋਈ ਮੁਲਾਜ਼ਮ ਮੌਕਾ ਦੇਖਣ ਨਹੀਂ ਆਇਆ। ਮੌਕਾ ਨਾ ਦੇਖਣ ਦਾ ਕੀ ਕਾਰਨ ਮੰਨਦੇ? ਮੌਕਾ ਦੇਖਣ ਦਾ ਕਾਰਨ ਮੈਂ ਇਹ ਮੰਨਦਾ ਕਿ ਉਹ ਬੰਦਾ ਲੀਡਰ ਬੰਦਾ, ਠੀਕ ਹੈ। ਤੁਹਾਨੂੰ ਪਤਾ ਮਾੜੇ ਬੰਦੇ ਦੀ ਕੋਈ ਸੁਣਦਾ ਨਹੀਂ, ਅਤੇ ਜਿਹੜੇ ਤਕੜੇ ਬੰਦੇ ਆ, ਲੀਡਰ ਬੰਦੇ ਆ, ਉਹਨਾਂ ਦਾ ਸਾਰਾ ਛਿੱਕਾ ਚੱਲਦਾ, ਉਹਨਾਂ ਦੀ ਸੁਣੀ ਜਾਂਦੀ ਹੈ, ਮਾੜੇ ਦੀ ਨਹੀਂ ਸੁਣੀ ਜਾਂਦੀ। ਇਸ ਦੌਰਾਨ ਤੁਹਾਡੀ ਜੋ ਹੱਥੋਂ ਪਾਈ ਹੋਈ ਹੈ, ਇਸ ਦੌਰਾਨ ਕੋਈ ਤੁਹਾਨੂੰ ਕੁਛ ਲੱਗੀ ਵੀ ਹੈ? ਮੇਰੇ ਸੱਟ ਲੱਗੀ ਹੈ। ਮੈਂ ਉਹ ਸਰਪੰਚ ਸਾਹਿਬ ਨੂੰ ਬਕਾਇਦਾ ਦਿਖਾਈ ਹੈ। ਕਿੱਥੇ ਲੱਗੀ ਹੈ ਜੀ? ਠੀਕ ਹੈ, ਹੁਣ ਵੀ ਮੈਂ ਤੁਹਾਨੂੰ ਦਿਖਾ ਸਕਦਾ। ਆ ਮੇਰੇ ਇੱਥੇ ਥੋੜ੍ਹੀ ਛਾਤੀ ਨੂੰ ਟੱਚ ਕਰਕੇ ਪੇਟ ਨੂੰ ਇੱਥੇ ਕੱਟ ਲੱਗਿਆ ਹੋਇਆ ਮੇਰੇ। ਇਹੀ ਹਥਿਆਰ ਨਾਲ? ਇਹੀ ਉਹਦੇ ਕੋਲੇ ਸੀ, ਠੀਕ ਹੈ, ਇਸੇ ਨਾਲ ਹੀ ਉਹ ਸੱਟ ਲੱਗੀ, ਠੀਕ ਹੈ। ਔਰ ਮੈਂ
ਇਸ ਤੋਂ ਬਿਨਾਂ ਹੋਰ ਵੀ ਕੋਈ ਹਥਿਆਰ ਉਹਨਾਂ ਨੇ ਵਰਤਣ ਦੀ ਕੋਸ਼ਿਸ਼ ਕੀਤੀ ਸੀ? ਹਥਿਆਰ ਮੈਨੂੰ ਨਹੀਂ ਪਤਾ ਲੱਗਿਆ ਵੀ ਉਹਦੇ ਹੋਰ ਕੋਲੇ ਕੀ ਸੀ, ਪਰ ਮੈਨੂੰ ਤਾਂ ਇਹ ਮੈਂ ਸਮਝਦਾ ਵੀ ਜੇ ਉਹ ਅੱਜ ਇੰਨੇ ਵੇਖੋ ਇੱਕ ਚਾਕੂ ਹੈ, ਇਹ ਥੋੜ੍ਹਾ ਜਿਹਾ ਹੋਰ ਸਿੱਧਾ ਕਰਕੇ ਡੂੰਘਾ ਲੱਗ ਜਾਂਦਾ ਤਾਂ ਮੌਤ ਨਿਸ਼ਚਿਤ ਸੀ। ਕਿਸੇ ਨੇ ਕਿਸੇ ਹਥਿਆਰ ਨਾਲ, ਕੋਈ ਵੀ ਹੈ, ਚਾਹੇ ਉਹ ਰਾਈਫਲ ਹੈ ਚਾਹੇ ਉਹ ਚਾਕੂ ਹੈ, ਕਿਸੇ ਨੇ ਬਖਸ਼ਣਾ ਨਹੀਂ ਹੁੰਦਾ। ਇਹ ਤਾਂ ਥੋੜੀ ਜੀ ਉਹ ਬੰਦਾ ਮਾਰਨ ਦੇ ਇਰਾਦੇ ਨਾਲ ਆਇਆ, ਚਲੋ ਨਹੀਂ ਆਪਦੇ ਉਹ ਮਕਸਦ 'ਚ ਕਾਮਯਾਬ ਹੋ ਸਕਿਆ। ਪਰ ਮੈਨੂੰ ਇਹ ਲੱਗਦਾ ਵੀ ਐਂ ਲੱਗੀ ਜਾਂਦਾ ਵੀ ਜਿੰਨਾ ਲਾਈਟਲੀ ਪੁਲਿਸ ਲੈ ਰਹੀ ਹੈ, ਪ੍ਰਸ਼ਾਸਨ ਜਿੰਨਾ ਲਾਈਟਲੀ ਲੈ ਰਿਹਾ ਸਾਡੇ ਕੇਸ ਨੂੰ, ਇਹ ਲਾਈਟਲੀ ਨਹੀਂ ਹੈ। 3 ਵਾਰੀ ਕੇਸ ਹੋ ਚੁੱਕਿਆ, ਠੀਕ ਹੈ। ਹੁਣ ਮੈਨੂੰ ਲੱਗਦਾ ਵੀ ਜਿਹੜਾ ਇਸ ਤੋਂ ਅੱਗੇ ਮੇਰੇ 'ਤੇ ਹਮਲਾ ਹੋਊਗਾ, ਉਹ ਮੈਨੂੰ ਨਹੀਂ ਲੱਗਦਾ ਵੀ ਉਹ ਜਾਨਲੇਵਾ ਤੋਂ ਘੱਟ ਹੋਊਗਾ, ਤੇ ਉਹ ਜਾਨ ਜਾ ਸਕਦੀ ਹੈ। ਉਹ ਹੱਤਿਆ ਕਰਨ ਲਈ ਮਜਬੂਰ ਹੋਇਆ ਬੈਠਾ। ਭਵਿੱਖ 'ਚ ਇੱਦਾਂ ਹੁੰਦਾ ਤਾਂ ਕਿਹਨੂੰ ਜ਼ਿੰਮੇਵਾਰ ਮੰਨਦੇ? ਮੈਂ ਤਾਂ ਇਹੀ ਸਮਝਦਾ ਵੀ ਦੇਖੋ ਲੋਕ ਹੁਣ ਰਿਸ਼ਤੇਦਾਰ ਤਾਂ ਸਮਝਾ ਸਕਦੇ ਆ ਜਾਂ ਕੋਈ ਹੋਰ ਕੋਈ ਦੋਸਤ ਬੇਲੀ, ਪਰ ਸਭ ਤੋਂ ਵੱਡੀ ਗੱਲ ਹੈ ਪ੍ਰਸ਼ਾਸਨ। ਜੇ ਪ੍ਰਸ਼ਾਸਨ ਕੋਈ ਅੱਜ ਵੀ ਕਾਰਵਾਈ ਨਹੀਂ ਕਰਦੀ ਤੇ ਕੱਲ੍ਹ ਨੂੰ ਇਹ ਕੋਈ ਵੱਡਾ ਹਮਲਾ ਕਰਕੇ ਜਾਂ ਕਰਵਾ ਕੇ ਮੈਨੂੰ ਮਰਵਾ ਦਿੰਦਾ ਤਾਂ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੀ ਹੋਊਗਾ। ਕੀ ਮੰਗ ਕਰਦੇ ਹੁਣ ਸਾਡੇ ਇਸ ਮਾਧਿਅਮ ਰਾਹੀਂ? ਮੈਂ ਤਾਂ ਮੰਗ ਇਹ ਕਰਦਾ ਕਿ ਜੋ ਐਕਚੁਅਲ ਕਾਰਵਾਈ ਹੈਗੀ ਹੈ, ਆਂਢੀ ਗੁਆਂਢੀ ਸਾਡੇ ਹੈਗੇ ਆ, ਉਹਨਾਂ ਤੋਂ ਉਹ ਪੁੱਛਗਿੱਛ ਕਰਨ, ਪੁਲਿਸ ਆ ਕੇ ਸਾਰੀ ਸੱਚਾਈ ਸਾਹਮਣੇ ਲਿਆਉਣ। ਆਹ ਸਾਰਾ ਕੁਝ ਸਾਹਮਣੇ ਪਿਆ। ਇਸ ਤੋਂ ਬਾਅਦ ਜਿਹੜੀ ਵੀ ਕਾਰਵਾਈ, ਜੋ ਧਾਰਾ ਲੱਗਦੀ ਹੈ, ਜੋ ਪਰਚਾ ਦਰਜ ਹੁੰਦਾ ਹੈ, ਉਹ ਉਹਨਾਂ ਨੂੰ ਕਰਨਾ ਚਾਹੀਦਾ। ਇਹ ਸੱਚਾਈ ਹੈ। ਜੇ ਅਜਿਹਾ ਨਹੀਂ ਹੁੰਦਾ, ਤੁਹਾਨੂੰ ਇਨਸਾਫ ਨਹੀਂ ਮਿਲਦਾ, ਤਾਂ ਤੁਸੀਂ ਅਗਲੀ ਕਾਰਵਾਈ ਤੁਹਾਡੀ ਕੀ ਹੋਊਗੀ? ਤੁਸੀਂ ਕੀ ਇਸ ਤੋਂ ਅਗਲੀ ਕਾਰਵਾਈ ਇਹ ਹੋਊਗੀ, ਅਸੀਂ SSP ਸਾਹਿਬ ਦੇ ਜਾ ਕੇ ਪੇਸ਼ ਹੋਵਾਂਗੇ। ਉੱਥੇ ਜਾ ਕੇ ਦੇਖਾਂਗੇ ਜੇ ਸਾਨੂੰ ਕੋਈ ਇਨਸਾਫ ਮਿਲੂਗਾ ਤਾਂ ਨਹੀਂ। ਉਸ ਤੋਂ ਬਾਅਦ ਤਾਂ ਫਿਰ ਆਪਾਂ ਜਿਵੇਂ ਆਪਣੇ ਪੰਜਾਬੀਅਤ ਹੈਗੀ ਆ, ਉਸ ਤੋਂ ਬਾਅਦ ਤਾਂ ਸਾਡਾ ਅਕਾਲ ਪੁਰਖ ਹੈ, ਅਸੀਂ ਉਹਦੇ ਸਹਾਰੇ ਹਾਂ। ਅਸੀਂ ਬਚ ਵੀ ਸਕਦੇ ਹਾਂ ਅਤੇ ਸਾਨੂੰ ਉਹ ਕਿਸੇ ਟਾਈਮ ਅੱਗੇ ਵੱਡਾ ਹਮਲਾ ਕਰਕੇ ਮਾਰ ਸਕਦਾ ਜਾਂ ਮਰਵਾ ਸਕਦਾ। ਹਾਂਜੀ, ਮੇਰੇ ਹਸਬੈਂਡ 'ਤੇ ਜੋ ਹਮਲਾ ਹੋਇਆ ਜੀ, ਇਹ ਸਾਨੂੰ ਉਮੀਦ ਨਹੀਂ ਸੀ ਵੀ ਇਹ ਦੁਬਾਰਾ ਅਟੈਕ ਕਰੂਗਾ ਸਾਡੇ 'ਤੇ, ਕਿਉਂਕਿ ਪਹਿਲਾਂ ਵੀ ਸਾਡੇ 'ਤੇ ਅਟੈਕ ਹੋ ਚੁੱਕਿਆ ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਅਤੇ ਹੁਣ ਦੁਬਾਰਾ ਅਟੈਕ ਹੋ ਚੁੱਕਿਆ, ਹੁਣ ਸਾਨੂੰ ਅੱਗੇ ਵਾਸਤੇ ਸਾਨੂੰ ਕੋਈ ਸੇਫਟੀ ਨਹੀਂ ਸਾਡੀ ਵੀ ਦੁਬਾਰਾ ਵੀ ਕਰ ਸਕਦਾ ਜੀ ਇਹ। ਅਤੇ ਪੁਲਿਸ ਨੇ ਹੁਣ ਤੱਕ ਸਾਡੀ ਕੋਈ ਸੁਣੀ ਨਹੀਂ, ਕੋਈ ਕਿਤੇ ਸਾਡੀ ਸੁਣਵਾਈ ਨਹੀਂ ਹੋਈ। ਅਸੀਂ ਬਹੁਤ ਵਾਰ ਪੇਸ਼ ਹੋ ਚੁੱਕੇ ਹਾਂ, ਬਹੁਤ ਕਾਰਵਾਈਆਂ ਕਰ ਚੁੱਕੇ ਹਾਂ, ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ। ਅਸੀਂ ਹੁਣ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ, ਜੋ ਇਹ 'ਤੇ ਕੋਈ ਕਾਰਵਾਈ ਹੁੰਦੀ ਹੈ ਉਹ ਕੀਤੀ ਜਾਵੇ। ਮੈਂ ਗਿਆ ਜ਼ਰੂਰ ਨਾ, ਕਿਉਂਕਿ ਦੁਕਾਨ ਦਾ ਮੈਂ ਵੀ ਮਾਲਕ ਹੈਗਾ ਦੁਕਾਨ ਦਾ। ਮੈਂ ਉੱਥੇ ਸੈਂਪਰੀ ਉਹਦੇ ਨਾਈਟ ਸੂਟ ਦੇ ਵਿੱਚ ਗਿਆ। ਉੱਥੇ ਮੇਰੀ ਮਦਰ ਢਿੱਲੀ ਸੀ, ਮੈਂ ਮੈਡੀਸਨ ਲੈਣ ਗਿਆ ਸੀਗਾ ਹੈਗਾ। ਕੋਈ ਬੰਦਾ ਵੀ ਕਹਿੰਦੇ ਕੋਈ ਚਾਕੂ ਸੀਗਾ, ਜਾਂ ਮੈਂ ਗੱਲਾਂ ਕਰਨ ਗਿਆ ਸੀਗਾ, ਉਹਨਾਂ ਨੂੰ ਐਜੇ ਭਰਾ ਬੈਠ ਗਏ। ਉਸ ਤੋਂ ਬਾਅਦ ਮੈਂ ਮੋਬਾਈਲ ਆਪਦਾ ਰੱਖਤਾ ਕਾਊਂਟਰ 'ਤੇ। ਕਾਊਂਟਰ ਦਾ ਮੋਬਾਈਲ ਜਦੋਂ ਤੂੰ ਮੇਰੇ ਮਾਠਾ ਗਰਮੀ ਸਰਦੀ ਹੋਈ ਅਤੇ ਉਸ ਤੋਂ ਮੋਬਾਈਲ ਮੇਰਾ ਤੋਂ ਚੁੱਕ ਲਿਆ ਦੇਣਾ। ਉਹ ਨਾ ਕੋਈ ਮੇਰੇ ਕੋਲ ਚਾਕੂ ਹੈ, ਨਾ ਮੈਂ ਲੜਾਈ ਕਰਨ ਗਿਆ ਸੀ ਉੱਥੇ। ਮੇਰੇ ਦੋਨੇ ਗੋਡੇ ਪਵਾਏ, ਮੈਂ ਇੱਕ ਲੜਾਈ ਕੀ ਕਰ ਸਕਦਾ ਹੈਗਾ। ਮੈਂ ਕਿਸੇ ਇਸ ਮੂਡ 'ਚ ਨਹੀਂ ਗਿਆ ਸੀਗਾ, ਨਾ ਮੇਰੀ ਕੋਈ ਡਰਿੰਕ ਕੀਤੀ ਸੀ। ਮੇਰੀ ਕੋਈ ਬੰਦਾ ਸਬੂਤ ਕਰਦੇ ਹੋਏ ਡਰਿੰਕ ਪੀਤੀ ਸੀ ਜਾਂ ਚਾਕੂ ਸੀ ਉਹਦੇ ਕੋਲ, ਕੋਈ ਇੱਕ ਬੰਦਾ ਵੀ ਸਬੂਤ ਕਰ ਦਿਆ। ਜਿਹੜਾ ਉਹ ਕਹਿੰਦੇ ਵੀ ਮੇਰੀ ਜਾਨ ਨੂੰ ਖਤਰਾ ਹੈ, ਵੀ ਮੇਰੇ ਕੱਟ ਵੀ ਲੱਗਿਆ ਹੋਇਆ, ਮੈਨੂੰ ਧਮਕੀਆਂ ਦੇ ਰਹੇ, ਮੈਨੂੰ ਹੁਣ ਵੀ ਮੇਰੀ ਜਾਨ ਨੂੰ ਖਤਰਾ ਹੈ, ਤੇ ਕੀ ਹੋਇਆ ਕੀ ਸੀ ਅਸਲ 'ਚ ਉਸ ਦਿਨ ਉੱਤੇ? ਉਸ ਦਿਨ ਤਾਂ ਕੁਛ ਵੀ ਨਹੀਂ ਹੋਇਆ ਜੀ। ਮਤਲਬ ਅਸੀਂ ਕਹੀਏ ਵੀ ਐਜ ਤੂੰ ਮੈਂ ਥੋੜੀ ਜਿਹੀ ਗਰਮੀ ਸਰਦੀ ਹੋਏ, ਨਾਲ ਸਾਡੇ ਉਹਦੇ ਟੇਲਰ ਮਾਸਟਰ ਕੇ ਆ ਗਏ ਕਿ ਹੋਰ ਬੰਦੇ ਆ ਗਏ, ਤਾਂ ਮੈਨੂੰ ਵਾਪਸ ਦੁਕਾਨ 'ਚ ਬਾਹਰ ਕੱਢ ਲਿਆ ਨੇ। ਐਕਚੁਅਲੀ ਗੱਲ ਕੀ ਹੈ ਵੀ ਬੰਦਾ ਅਸਲੀ ਇਹ ਡਰਾਮੇਬਾਜ਼ ਬੰਦਾ, ਪਹਿਲਾਂ ਵੀ ਇਹ ਬੰਦਾ ਦਵਾਈ ਦਾ ਡਰਾਮਾ ਕਰ ਚੁੱਕਿਆ ਪੀਣ ਦਾ। ਇਹ ਉਦੋਂ ਵੀ ਇਹ ਮੇਰਾ ਪੈਸਾ ਲਵਾਤਾ, ਫਿਰ ਇਹ ਘਰੋਂ ਫਰਾਰ ਹੋ ਗਿਆ। ਪ੍ਰਸ਼ਾਸਨ ਨੂੰ ਅਤੇ ਮੈਨੂੰ 3 ਦਿਨ ਨੇ ਵਕਤ ਪਾਈ ਰੱਖਿਆ ਇਹਨਾਂ ਨੇ ਕਿ ਤੂੰ ਉੱਥੇ ਆਪ ਹੀ ਸਰਪੰਚ ਦੇ ਘਰੇ ਡਰਿੰਕ ਕਰਕੇ ਪੂਰਾ ਫੁੱਲ ਆ ਚੁੱਕਿਆ ਹੈਗਾ। ਇਸ ਤਰ੍ਹਾਂ ਮੈਨੂੰ ਬਲੈਕਮੇਲ ਕਰਕੇ ਮੇਰੇ ਤੋਂ 2 ਕਰੋੜ ਦੀ ਮੰਗ ਕਰ ਰਿਹਾ ਬੰਦਾ ਇਹ, ਜੋ ਕਿ ਬੇਬੁਨਿਆਦ ਦਾ। ਮੇਰੇ ਕੋਲ ਪੈਸਾ ਕਿੱਥੇ ਹੈਗਾ? ਤੇ ਇੱਕ ਉਹਨਾਂ ਨੇ ਜਿਹੜਾ ਕਿਹਾ ਕਿ ਉਹਨਾਂ ਨੇ ਕਿਹਾ ਵੀ ਪੁਲਿਸ ਵੀ ਸਾਥ ਨਹੀਂ ਦੇ ਰਹੀ ਮੇਰਾ, ਵੀ ਪੁਲਿਸ ਸੁਣਵਾਈ ਨਹੀਂ ਕਰ ਰਹੀ। ਤੇ ਜਿਵੇਂ ਉਹਨਾਂ ਨੇ ਚਾਕੂ ਦਿਖਾਇਆ ਕਿ ਵੀ ਚਾਕੂ ਸੀਗਾ, ਕੋਈ ਅਜਿਹਾ ਚਾਕੂ ਲੈ ਕੇ ਗਏ ਸੀ। ਅਸਲ ਵਿੱਚ ਪ੍ਰਸ਼ਾਸਨ ਉਹ ਤਾਂ ਕੀ ਕਹਿੰਦਾ, ਮੈਂ ਕਹਿੰਦਾ ਹੈਗਾ ਵੀ ਸਾਡੀ ਇਹ ਦੁਕਾਨ 15/6/20 ਨੂੰ ਦੁਕਾਨ ਪ੍ਰਸ਼ਾਸਨ ਨੇ ਬੰਦ ਕਰਵਾਤੀ ਸੀਗੀ। ਤੁਸੀਂ ਦੋਨਾਂ ਭਰਾਵਾਂ ਤੁਹਾਡੀ ਲੜਾਈ ਹੈ, ਤੁਹਾਡੀ ਇਸ ਦੁਕਾਨ ਬੰਦ ਜਦੋਂ ਥੋੜ੍ਹਾ ਸਮਝੌਤਾ ਹੋਗਾ ਦੁਕਾਨ ਤੁਸੀਂ ਖੋਲ੍ਹ ਲਓ। ਐਕਚੁਅਲੀ ਫਰੈਂਡ 'ਚ ਮੈਡੀਕਲ ਸਟੋਰ ਮੇਰਾ ਸੀ, ਮੇਰੇ ਨਾਲ ਲਾਇਸੈਂਸ ਸੀਗਾ, ਪਰ ਮੈਂ ਫਿਰ ਵੀ ਦੁਕਾਨ ਉਹ ਬੰਦ ਕਰਤੀ।
ਸਾਡਾ ਰੌਲਾ ਨਾਲ ਨਿਬੜਿਆ 21/10 ਨੂੰ ਮੈਂ ਫੌਰਨ ਚਲਾ ਗਿਆ ਗਾ। ਕੈਨੇਡਾ ਜਾਣ ਤੋਂ ਬਾਅਦ ਮੇਰਾ ਇਹਨਾਂ ਨੇ 11ਵੇਂ ਮਹੀਨੇ ਦੇ ਵਿੱਚ ਮੇਰੀ ਇਹ ਵੈਦ ਆਰ ਕੇ ਮੋਗਾ ਦਾ ਇਹਨਾਂ ਨੇ ਬੋਰਡ ਲਾ ਲਿਆ ਗਾ। ਮੇਰਾ ਫਾਈਨੈਂਸ ਪੱਟ ਤਾਂ ਇਹਨਾਂ ਨੇ ਉਹ ਜਿੰਦੇ ਭੰਨ ਲਏ ਦੁਕਾਨ ਦੇ ਮੇਰੀ। ਜਦੋਂ ਮੈਨੂੰ ਪਤਾ ਲੱਗਾ ਮੈਂ ਫੌਰਨ ਦੇ ਵਿੱਚੋਂ ਇਹਨਾਂ ਨੇ ਥਾਣੇ ਨੂੰ ਦਰਖਾਸਤ ਦਿੱਤੀ, ਪਰ ਮੈਂ ਕੋਈ ਸੁਣਵਾਈ ਦੀ ਤਾਂ ਮੇਰੀ ਹੀ ਨਹੀਂ ਹੋਈ ਕੋਈ ਵੀ। ਉਹ 'ਚ 18-20 ਲੱਖ ਦੀ ਮੈਡੀਸਨ ਸੀਗੀ, ਉਹ ਵੀ ਖਤਮ ਕਰਤੀ ਇਸ ਬੰਦੇ ਨੇ। ਇਹ ਤਾਂ ਹੱਕ ਹੀ ਨਹੀਂ ਸੀਗਾ ਵੀ ਮੈਨੇਜਮੈਂਟ ਮੇਰੇ ਨਾਲ ਸੰਸਾ ਤੇ ਮੈਂ। ਉਸ ਤੋਂ ਬਾਅਦ ਮੈਂ ਚੌਥੇ 5 ਮਹੀਨੇ ਜਾ ਕੇ ਜ਼ਮਾਨਤ ਕਰਵਾਈ, ਜਾਲੀ ਮੇਰੇ ਤੇ ਕੇਸ ਕਰਤਾ ਬੈਠੇ ਤਾਂ ਉੱਥੇ ਨੇ ਮੇਰੇ ਘਰ ਦੇ ਕੱਪੜੇ ਪਾੜ ਤੇ ਮੇਰੇ ਘਰ ਵਾਲੇ ਫਸਾਤੇ ਸੀ। ਉਹ ਇਨਕੁਆਇਰੀ ਲਵਾਈ, ਅਸੀਂ ਬਰੀ ਹੋਏ ਉਹਦੇ ਵਿੱਚੋਂ। ਫਿਰ ਮੈਂ ਥਾਣੇ ਦਿਖਾ ਦਿੱਤੀ, SSC ਮੋਗਾ ਦਿਖਾ ਦਿੱਤੀ ਆ ਗਿਆ ਵੀ ਮੇਰਾ ਇਹਨਾਂ ਨੇ ਮੇਰੇ ਤੋਂ ਬਾਅਦ ਮੇਰੀ ਦੁਕਾਨ ਦੇ ਜਿੰਦੇ ਭੰਨ ਲਏ ਇਹਨਾਂ ਨੇ। ਤੇ ਬੋਰਡ ਵੈਦ ਆਰ ਕੇ ਮੋਗਾ ਦਾ ਲਾ ਕੇ ਐਕਚੁਅਲੀ ਕੀ ਹੈ ਵੀ ਸਾਗਰ ਸਿੰਘ ਕੋ ਇੱਕ ਮੈਟਰਿਕ ਪਾਸ ਬੰਦਾ ਹੈ, ਨਾ ਤੇ ਲਾਇਸੈਂਸ ਹੋਲਡਰ ਹੈ ਕੋਈ, ਨਾ ਇਹਦੇ ਕੋਲ ਕੋਈ ਡਿਗਰੀ ਹੈ। ਇਹਦੇ ਬੰਦੇ ਕੋਲੇ ਹੈਲਥ ਡਿਪਾਰਟਮੈਂਟ ਨੂੰ ਕਹਿੰਦਾ ਵੀ ਬੈਠਾ ਬੰਦਾ ਕਿਹੜੇ ਹਿਸਾਬ ਨਾਲ, ਇਹ ਕਿਹੜੇ ਹਿਸਾਬ ਨਾਲ ਕਹਿੰਦਾ ਦੁਕਾਨ ਮੇਰੀ ਹੈ, ਇਹ ਪ੍ਰਾਪਰਟੀ ਸਾਡੇ ਦੋਹਾਂ ਭਰਾਵਾਂ ਦੀ ਸਾਂਝੀ ਸਾਡੀ। ਇਹ ਕਬਜ਼ਾ ਤਾਂ ਇਹ ਸਰਵ ਕਬਜ਼ਾ ਇਹ ਕਰਕੇ ਡਰਾਮੇਬਾਜ਼ੀ ਕਰਕੇ ਮੇਰੇ ਤੋਂ ਇਹ ਉਹ ਦੁਕਾਨ ਹਰੇਕ ਨੂੰ ਕਹਿੰਦਾ ਮੈਂ ਦੁਕਾਨ ਲੈਣੀ ਹੈ। ਇਹ ਮੇਰਾ ਅਸਲਾ ਬੰਦ ਪੈ ਨੂੰ 1.5 ਸਾਲ ਹੋ ਗਿਆ ਗਾ। ਮੇਰਾ ਇੱਕ ਰਾਹੁਲ ਗਾਂਧੀ ਹਸਤੇ 1.5 ਸਾਲ ਬੰਦ ਪਿਆ। ਇਹਦੇ ਤੇ ਕੋਈ 3 ਅਸਲੇ ਕੋਲ ਰੱਖ ਹੀ ਨਹੀਂ ਸਕਦਾ, ਪਹਿਲੀ ਗੱਲ ਅਸਲੇ 2 ਰੱਖ ਸਕਦਾ ਤੇ ਰੱਖੀ 3 ਬੈਠਾ ਅਸਲੇ। ਇਹ ਪ੍ਰਸ਼ਾਸਨ ਦਾ ਇਹਨੂੰ ਕਹਿਣਾ ਚਾਹੀਦਾ ਸਾਨੂੰ, ਲਾਇਸੈਂਸ ਨਿਊ ਵੀ ਨਹੀਂ ਕੀਤੇ ਪ੍ਰਸ਼ਾਸਨ ਨੇ ਇਹਦੇ ਵੀ ਇਹ ਡਰਾਮੇਬਾਜ਼ ਬੰਦਾ ਪਤਾ ਕੋ ਹਰੇਕ ਨੂੰ ਧਮਕੀ ਦਿੰਦਾ। ਮੇਰੇ ਆਪਣਾ ਆਪ ਨੂੰ ਮੇਰੇ ਦੋਨੇ ਭੈਣਾਂ ਤੇ ਭਣੋਈ ਆਏ, ਉਸ ਨੂੰ ਧਮਕੀ ਦਿੱਤੀ ਵੀ ਆ ਜੀ ਦੁਕਾਨ ਤੇ ਆਇਆ, ਆ 2 ਹਥਿਆਰ ਪਏ ਆ, ਪੈਟਰੋਲ ਪਿਆ, ਆ ਟੁੱਟੀਆਂ ਪਈਆਂ ਮੇਰੇ ਕੋਲੇ, ਮੈਂ ਉਹਨੂੰ ਤੇ ਬਣ ਨਹੀਂ ਦੇਣਾ ਇੱਥੇ। ਇਹ ਜਿਹੇ ਕੰਮ ਕਰਦਾ ਗਾ, ਭਾਈਚਾਰੇ ਵਾਲੀ ਗੱਲ ਹੀ ਨਹੀਂ ਕਰਦਾ ਬੰਦਾ ਕੋਈ। ਇਹ ਜਿਹੜੀ ਪ੍ਰਾਪਰਟੀ ਆ ਦਾ ਮਾਲਕ ਆ, ਮੇਰੀ ਜ਼ਮੀਨ ਨੱਪੀ ਬੈਠਾ ਇਹ 12 ਕਿੱਲੇ, ਘਰ 40 ਮਣ ਨੂੰ ਜਿੰਦਾ ਲਾਈ ਬੈਠਾ ਮੇਰੇ ਨੂੰ। ਇਹ ਜਿਹੜਾ ਇੱਕ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹਨਾਂ ਕੋਲੇ ਲਾਇਸੈਂਸ ਨਹੀਂ ਜਾਂ ਨਜਾਇਜ਼ ਤੌਰ ਤੇ ਚਲਾ ਰਹੇ ਆ, ਇਸ ਸੰਬੰਧੀ ਜਿਹੜਾ ਤੁਸੀਂ ਕੋਈ ਕੰਪਲੇਂਟ ਕੀਤੀ? ਮੈਂ ਸਿਵਲ ਸਰਜਨ ਮੋਗਾ, ਡਰੱਗ ਇੰਸਪੈਕਟਰ ਮੋਗਾ ਨੂੰ ਦਰਖਾਸਤ ਦਿੱਤੀ। ਉਹ ਚੈੱਕ ਕਰਨ ਆਇਆ ਅੱਜ 2 ਮਹੀਨੇ ਪਹਿਲਾਂ। ਇਸ ਨੇ ਕੀ ਕੀਤਾ, ਇੱਕ ਹਾਥੀ ਦੇ ਉੱਪਰ ਇੱਕ ਮਨਪ੍ਰੀਤ ਰਸੀਂ ਖੁਰਦੀ ਦੀ ਗੱਡੀ ਮਰੂਤੀ ਕਾਰ ਤੇ ਰਾਤ ਨੂੰ ਡੱਬੇ ਚੱਕ ਕੇ ਲੈ ਕੇ ਦਵਾਈਆਂ ਦੇ ਭਰ ਕੇ ਸਾਰੇ, ਕਿਉਂਕਿ ਇਹ ਐਲੋਪੈਥੀ ਮੈਡੀਸਨ ਰੱਖ ਹੀ ਨਹੀਂ ਸਕਦੇ ਵੈਦਗੀ ਦੇ ਕਰਕੇ। ਵੈਦ ਕੌਣ ਹੈਗਾ? ਰਤਨ ਕੁਮਾਰ ਹੈ, 80 ਸਾਲ ਦਾ ਹੈ, ਵਾ ਕੋਈ ਦੁਕਾਨ ਤੇ ਬੰਦਾ ਹੋ ਬੈਠਾ ਜੀ, ਠੀਕ ਹੈ। ਇਹ ਤਾਂ ਬੈਠ ਹੀ ਨਹੀਂ ਸਕਦਾ ਹੈਗਾ। ਕਿਹਦੇ ਹਿਸਾਬ ਨਾਲ ਬੈਠਾ? ਮੈਂ ਤਾਂ ਮੈਂ ਉਸ ਤਰ੍ਹਾਂ ਦੀ ਕਾਰਵਾਈ ਕਿਉਂ ਨਹੀਂ, ਜਿਹੜੀ ਕਾਰਵਾਈ ਕੀਤੀ ਉਹਨੇ ਮਹਿਕਮੇ ਲੈ ਕੇ ਭੇਜਤੀ। ਇਹ ਨਹੀਂ ਹੋਇਆ ਕੀ ਕੀਤਾ ਇਹਨਾਂ ਨੇ। ਉਦੋਂ ਬਾਅਦ ਫਿਰ ਮੈਡੀਸਨ ਨੇ ਰੱਖੀ ਬੈਠਾ ਇਹ। ਸਾਗਰ ਸਿੰਘ ਨਸ਼ੇ ਪੱਤੇ ਦਾ ਆਦੀ ਹੈ। ਨਸ਼ੇ ਪੱਤੇ ਤੁਸੀਂ ਆਪ ਜਨਰਲ ਚੈੱਕ ਕਰ ਲਓ, ਨਸ਼ੇ ਪੱਤੇ ਕਿੰਨੇ ਵੇਚ ਰਹੇ ਇਸ ਟਾਈਮ। ਇਹ ਹੁਣ ਤੁਸੀਂ ਕੀ ਮੰਗ ਕਰਦੇ? ਮੈਂ ਹੈਲਥ ਡਿਪਾਰਟਮੈਂਟ ਤੋਂ ਮੰਗ ਕਰਦਾ ਵੀ ਇਸ ਨੂੰ ਪਤਾ ਚੈੱਕ ਕਰਕੇ ਇਸ ਨੂੰ ਤੋਂ ਜਿਹੜਾ ਐਕਚੁਅਲੀ ਵੈਦ ਹੈ ਉਹ ਬੈਠੇ। ਪਹਿਲੀ ਗੱਲ। ਦੂਸਰੀ ਗੱਲ ਤਾਂ ਇਹ ਵੀ ਮੇਰੀ ਦੁਕਾਨ 'ਚ ਨਹੀਂ ਜਿੰਦੇ ਕਿਉਂ ਭੰਨੇ ਇਹਨਾਂ ਨੇ। ਉਹ ਦਵਾਈ ਮੇਰਾ ਜਿੰਨੇ ਖਾੜਾ ਫੈਸਲਾ ਨਹੀਂ ਹੁੰਦਾ ਗਾ, ਇਹ ਬੈਠ ਨਹੀਂ ਸਕਦੇ ਕੋਈ ਵੀ ਉੱਥੇ। ਕੋਈ ਮੈਨੂੰ ਮੇਰਾ ਜਿਹੜੀ ਹੱਕ ਹੈ, ਪ੍ਰਸ਼ਾਸਨ ਨੂੰ ਮੈਂ ਕਹੂੰਗਾ ਮੇਰਾ ਹੱਕ ਹੈ, ਮੇਰਾ ਅੱਧ ਮੈਂ ਅੱਧ ਦਾ ਮਾਲਕ ਹੈ ਉਸ ਦੁਕਾਨ ਦਾ, ਬਿਲਡਿੰਗ ਦਾ, ਉਹ ਅੱਧ ਮਾਰਮਾ ਉਹ ਮਿਲਣੇ ਨੇ। ਠੀਕ ਹੈ। ਹਾਂਜੀ ਕਹੀਏ ਸਰ। ਸਰ ਇੱਕ ਤੁਹਾਡੇ ਭਰਾ ਰੁਪਿੰਦਰ ਸਿੰਘ ਨੇ ਦੋਸ਼ ਲਗਾਇਆ, ਉਹ ਕਹਿੰਦੇ ਵੀ ਜਿਹੜਾ ਮੈਡੀਕਲ ਜਿਹੜੀ ਦੁਕਾਨ ਤੁਸੀਂ ਚਲਾ ਰਹੇ ਹੈ, ਕਹਿੰਦੇ ਵੀ ਉਹਦਾ ਲਾਇਸੈਂਸ ਹੈ ਜਿਹੜਾ ਤੁਹਾਡੇ ਕੋਲ ਨਹੀਂ ਹੈਗਾ, ਕਿਸੇ ਹੋਰ ਦੇ ਲਾਇਸੈਂਸ ਤੇ ਤੁਸੀਂ ਕਰ ਰਹੇ ਹੈ। ਕੀ ਸੱਚਾਈ ਹੈ ਜੀ? ਕੀ ਇਹਦਾ ਤੁਹਾਡੇ ਕੋਲ ਬਕਾਇਦਾ ਲਾਇਸੈਂਸ ਹੈਗਾ ਜੀ ਦੁਕਾਨ ਦਾ? ਲਾਇਸੈਂਸ ਬਾਰੇ ਗੱਲ ਇਹ ਹੈ ਵੀ ਜੋ ਪਹਿਲਾਂ ਸਾਡੇ ਕੋਲ ਲਾਇਸੈਂਸ ਸੀ ਉਹ ਸਾਡੇ ਸਾਂਝੇ ਘਰ 'ਚੋਂ ਬਣਿਆ ਸੀ। ਅਸੀਂ ਜੁਆਇੰਟ ਫੈਮਿਲੀ ਸੀ, ਉਹਦੇ ਕਰਕੇ ਦੁਕਾਨ ਜਿਹੜੀ ਚੱਲਦੀ ਸੀ। ਇਹਨੇ ਉਸ ਤੋਂ ਬਾਅਦ ਮਹਿਕਮੇ ਕੋਲ ਸ਼ਿਕਾਇਤ ਕੀਤੀ। ਠੀਕ ਹੈ। ਉਹ ਕਿਹਦੇ ਨਾਮ ਤੇ ਸੀਗਾ ਜੀ? ਉਹ ਰੁਪਿੰਦਰ ਸਿੰਘ ਨੇ ਆਪਦੇ ਨਾਂ ਤੇ ਕਰਾਇਆ ਸੀ। ਠੀਕ ਹੈ ਜੀ। ਔਰ ਉੱਥੇ ਏਡੀ ਵੱਡੀ ਬੇਈਮਾਨੀ ਮੈਨੂੰ ਤਾਂ ਹੁਣ ਪਤਾ ਲੱਗਦਾ। ਠੀਕ ਹੈ। ਉਹਦੇ ਵਿੱਚ ਇਹਨੇ ਮੇਰਾ ਨਾਂ ਹੀ ਨਹੀਂ ਸ਼ਾਮਲ ਕਰਾਇਆ, ਹਾਲਾਂਕਿ ਉਹਦੇ ਵਿੱਚ ਕਾਲਮ ਹੁੰਦਾ ਹੈ। ਠੀਕ ਹੈ। ਪਰ ਉਹ ਇਹਨੇ ਜਾਣਬੁੱਝ ਕੇ ਨਹੀਂ ਦਿਖਾਇਆ। ਇੱਕ ਸਾਜ਼ਿਸ਼ ਦੇ ਅਧੀਨ ਸਾਡਾ ਲਾਇਸੈਂਸ ਸਾਡੇ ਕੋਲੇ 25 ਸਾਲ ਤੋਂ ਉਹ ਘੱਟੋ ਘੱਟ ਬਣਿਆ ਹੋਇਆ। ਮੈਂ ਤਾਂ ਉਹਨਾਂ ਨੂੰ ਮਹਿਕਮੇ ਨੂੰ ਕਹਿਤਾ ਸੀ ਵੀ ਤੁਸੀਂ ਜੀ ਆਹ ਲਾਇਸੈਂਸ ਉਹਦਾ ਹੈਗਾ ਹੈ ਤਾਂ ਇਹ ਸਾਂਝੇ ਘਰ ਦਾ, ਪਰ ਜੇ ਜਿਵੇਂ ਸਾਰੀਆਂ ਚੀਜ਼ਾਂ ਤੇ ਉਹ ਕਬਜ਼ਾ ਕਰੀ ਬੈਠਾ ਹੈ ਤੇ ਲਾਇਸੈਂਸ ਵੀ ਉਹਦੇ ਨਾਂ ਤੇ ਆ ਤੇ ਉਹਨੇ ਉਸ ਤੇ ਵੀ ਕਬਜ਼ਾ ਕਰ ਲਿਆ, ਉਹਨੂੰ ਉਹ ਸਾਂਝਾ ਨਹੀਂ ਮੰਨਦਾ ਤੇ ਆਪਾਂ ਸੇਲ ਪਰਚੇਜ ਕਰਦੇ ਹੀ ਨਹੀਂ। ਮੈਂ ਸੇਲ ਪਰਚੇਜ ਕਰ ਹੀ ਨਹੀਂ ਰਿਹਾ, ਮੈਂ ਤਾਂ ਆਪਦਾ ਬੇੜਾ ਪੂਰਾ ਕਰਦਾ। ਉੱਥੇ ਬੈਠ ਕੇ ਇੱਕ ਮੇਰੇ ਕੋਲ ਛੋਟਾ ਜਿਹਾ ਆਯੁਰਵੈਦਿਕ ਲਾਇਸੈਂਸ ਹੈ, ਬਕਾਇਦਾ ਉਹ ਮੈਂ ਬਣਵਾਇਆ। ਠੀਕ ਹੈ।
ਤੇ ਜਾਂ ਮੈਂ ਮੈਕਸਿਮਮ ਮੇਰੀ ਕੀ ਹੈ ਮੈਡੀਕਲ ਪ੍ਰੈਕਟਿਸ, ਮੈਂ 5-7-10 ਮਰੀਜ਼ ਦੇਖ ਕੇ ਆਪਦਾ ਵੇਲਾ ਪੂਰਾ ਕਰ ਲੈਂਦਾ। ਇਹਨੇ ਤਾਂ ਧੰਦਾ ਜਿਹੜਾ ਸੀਗਾ ਉਹ ਚੌਪਟ ਕਰਾਤਾ। ਸਾਡਾ ਜਿਹੜਾ ਐਡਾ ਵਧੀਆ ਧੰਦਾ ਸੀ, ਜਿੱਥੇ ਮੈਂ 34-35 ਸਾਲ ਤੋਂ ਲਗਾਤਾਰ ਬੈਠ ਕੇ ਮਿਹਨਤ ਕੀਤੀ, ਠੀਕ ਹੈ, ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ। ਇਹ ਤਾਂ ਵਿਹਲੇ ਤੋਰੇ ਫੇਰੇ ਤੇ ਹੁੰਦਾ ਸੀ, ਉਸੇ ਲਾਇਸੈਂਸ ਤੇ ਕਮਾਈ ਠੀਕ ਹੈ, ਕੀਤੀ ਸੀ ਉਸੇ ਹੁਣ ਤੱਕ। ਲਾਇਸੈਂਸ ਤੋਂ ਕਮਾਈ ਕੀਤੀ, ਸਾਂਝੇ ਕਰਦਾ ਸੀ। ਫਿਰ ਇਹ ਤਾਂ ਕਿਵੇਂ ਬਣ ਗਿਆ? ਜਿਹੜੀਆਂ ਤਾਂ ਚੀਜ਼ਾਂ ਵੇਖੋ, ਜਿਹੜੀਆਂ ਤਾਂ ਇਹਦੀਆਂ ਚੀਜ਼ਾਂ, ਠੀਕ ਹੈ, ਉੱਥੇ ਤਾਂ ਸਾਰਾ ਮੇਰਾ ਸਾਂਝਾ। ਮੈਂ ਕਿੱਥੇ ਸਾਂਝਾ? ਮੈਨੂੰ ਸਿਰਫ ਇਹ ਇੱਕ ਸਾਂਝਗਿਰੀ ਸਿਰਫ ਕਰਜ਼ੇ 'ਚ ਮੰਨਦਾ ਵੀ ਉੱਥੇ ਮੇਰੇ ਜੋ ਮੈਂ ਕਰਜ਼ਾ ਹੀ ਨਹੀਂ, ਮੇਰੀਆਂ ਪ੍ਰਾਪਰਟੀਆਂ ਬੈਂਕਾਂ 'ਚ ਧਰ ਕੇ ਕਰਜ਼ਾ ਮੇਰੇ ਸਿਰ ਪਾਤਾ, ਸਿਰਫ ਮੈਨੂੰ ਉੱਥੇ ਹੀ ਮੰਨਦਾ, ਇਹ ਹੋਰ ਕਿਤੇ ਨਹੀਂ ਮੰਨਦਾ। ਸਾਡਾ ਹਰ ਤਰ੍ਹਾਂ ਦਾ ਖਰਚਾ ਜੀ ਦੁਕਾਨ ਤੋਂ ਚੱਲਦਾ ਸੀ। ਦੂਸਰੀ ਗੱਲ ਤੁਸੀਂ ਦੇਖੋ, 34-35 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਮਾਮਲਾ ਜਿਹੜਾ ਜ਼ਮੀਨ ਦਾ 1 ਕਰੋੜ ਤੋਂ ਉੱਪਰ ਬਣਦਾ ਹੈ, ਉਹਦਾ ਅੱਜ ਤੱਕ ਹਿਸਾਬ ਨਹੀਂ। ਸ਼ੈਲਰ ਦਾ ਕੋਈ ਹਿਸਾਬ ਨਹੀਂ ਦਿੱਤਾ। ਘੱਟੋ ਘੱਟ 20 ਵਾਰੀ ਮੀਟਿੰਗ ਹੋਈ ਇਸ ਗੱਲ ਦੀ ਵੀ ਉਹ ਸਾਨੂੰ ਹਿਸਾਬ ਦਿਓ ਨਾ, ਅੱਜ ਤੱਕ ਹਿਸਾਬ ਨਹੀਂ ਦਿੱਤਾ। ਵੇਖੋ ਡਿਪਟੀ ਸਾਹਿਬ ਜ਼ੋਰ ਲਾ ਕੇ ਹੰਭ ਗਏ, ਉਹਨਾਂ ਦੀ ਰਿਪੋਰਟ ਜਿਹੜੀ ਤਿਆਰ ਕੀਤੀ ਵੀ ਹੈ 10 ਸਫ਼ਿਆਂ ਦੀ, ਉਹ ਮੇਰੇ ਕੋਲ ਹੈ। ਉਹਨਾਂ ਨੇ ਬਕਾਇਦਾ ਲਿਖਿਆ, ਇਨਵੈਸਟੀਗੇਸ਼ਨ ਕਰਕੇ ਸਾਡੀਆਂ ਤਰੀਕਾਂ ਪਾ ਕੇ ਪੁੱਛ ਕੇ ਵੀ ਉਹ ਅਖੀਰ ਉਹਨਾਂ ਨੇ ਗਵਾਹਾਂ ਦੇ ਬਿਆਨ ਤੇ ਜਿਹੜੇ ਜਾਂਚ ਸੀ ਉਹਦੇ 'ਚ ਲਿਖਿਆ ਵੀ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਛਿੱਟਾ ਕੱਢਿਆ ਗਿਆ ਕਿ ਰੁਪਿੰਦਰ ਸਿੰਘ ਨੇ ਆਪਦੇ ਭਰਾ ਸਾਗਰ ਸਿੰਘ ਨਾਲ ਵੱਡੇ ਪੱਧਰ ਤੇ ਧੋਖਾਧੜੀ ਕੀਤੀ ਹੈ, ਅਮਾਨਤ 'ਚ ਖਿਆਨਤ ਕੀਤੀ ਹੈ, ਧੋਖਾਧੜੀ ਕੀਤੀ ਹੈ। ਸੋ ਉਹਦੇ ਅਗੇਂਸਟ ਕਾਰਵਾਈ ਬਣਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਲਿਖਿਆ ਵੀ ਉਹ ਚਲੋ ਠੀਕ ਹੈ, ਇਹਨਾਂ ਦਾ ਭਰਾਵਾਂ ਦਾ ਝਗੜਾ, ਇਹ ਆਪਦੀ ਅਦਾਲਤ 'ਚ ਚਾਰਾਜੋਈ ਕਰਨ। ਪਰ ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਲਿਖ ਤਾਂ ਦਿੱਤਾ, ਗਵਾਹਾਂ ਦੇ ਬਿਆਨ ਹੋ ਗਏ, ਫਿਰ ਵੀ ਹਜੇ ਕੋਈ ਸ਼ੱਕ ਹੈ। ਅਕਾਊਂਟ ਤੋਂ ਭੱਜ ਗਿਆ ਸੀ ਜੀ ਦਿਖਾਉਣ ਤੋਂ। ਜਦੋਂ ਅਸੀਂ ਕਹਿੰਦੇ ਆ ਇਨਵੈਸਟੀਗੇਸ਼ਨ ਇਹੀ ਸੀ ਨਾ ਵੀ ਅਕਾਊਂਟ ਜਿੰਨੇ ਵੀ ਹੈ, ਇਹਦੀ ਸਾਰੀ ਫੈਮਿਲੀ ਦੇ, ਮੇਰੇ ਸਾਰੀ ਫੈਮਿਲੀ ਦੇ, ਸਾਡੇ ਵੱਖ-ਵੱਖ ਜਿਹੜੇ ਇਨਕਮ ਸੋਰਸ ਸੀਗੇ, ਸਾਰਿਆਂ ਨੂੰ ਟੇਬਲ ਤੇ ਰੱਖ ਕੇ ਸਾਂਝਾ ਕੀਤਾ ਜਾਵੇ। ਉਹ ਕੀਤਾ ਹੀ ਨਹੀਂ ਗਿਆ। ਪੰਚਾਇਤਾਂ 'ਚੋਂ ਭੱਜਿਆ, ਥਾਣੇ 'ਚੋਂ ਭੱਜਿਆ, ਪੱਤੋ ਭਾਰਤੀ ਉਹ ਬੈਠੇ, ਉਹਨਾਂ 'ਚੋਂ ਭੱਜਿਆ, ਡਿਪਟੀ ਸਾਹਿਬ ਦੇ ਭੱਜਿਆ, ਫਿਰ ਹੀ ਰਿਪੋਰਟਾਂ ਤਿਆਰ ਹੋਈਆਂ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਯੁਰਵੈਦਿਕ ਦਾ, ਉਹ ਕਿਹਦੇ ਨਾਮ ਤੇ ਹੈ ਜੀ ਹੁਣ ਉਹ ਲਾਇਸੈਂਸ? ਆਯੁਰਵੈਦਿਕ ਦਾ ਇੱਕ ਸਮਾਲ ਸਕੇਲ ਤੇ ਹੁੰਦਾ ਜੀ, ਉਹ ਸਮਾਲ ਸਕੇਲ ਤੇ ਮੈਂ ਆਪਦੇ ਨਾਮ ਤੇ ਬਣਵਾਇਆ, ਤੁਹਾਡੇ ਨਾਮ? ਮੇਰੇ ਨਾਮ ਔਰ ਤੇ। ਜੇ ਗੱਲ ਕਰੀਏ 9 ਤਰੀਕ ਦੀ ਜੀ, ਉਹਨਾਂ ਦਾ ਕਹਿਣਾ ਕਿ ਮੈਂ ਤਾਂ ਇੱਕ ਭਾਈਚਾਰਕ ਸਾਂਝ ਦੇ ਤੌਰ ਤੇ ਇੱਕ ਉਹਨਾਂ ਨਾਲ ਗੱਲਬਾਤ ਹੀ ਕਰਨ ਗਿਆ ਸੀ। ਉਹਦੇ 'ਚ ਕਿੰਨੀ ਕੁ ਸੱਚਾਈ ਮੰਨਦੇ? ਸੱਚਾਈ ਮੈਂ ਤੁਹਾਨੂੰ ਦੱਸ ਦਿੰਦਾ, ਮੇਰੇ ਕੋਲੇ ਇਹ ਬੰਦਾ ਇੰਨਾ ਪੰਚਾਇਤਾਂ ਦੇ ਵਿੱਚ ਝੂਠ ਬੋਲਿਆ, ਰੱਜ ਕੇ ਇੰਨਾ ਝੂਠ ਬੋਲਿਆ, ਮੇਰੇ ਕੋਲੇ ਹੁਣ ਇਸ ਗੱਲ ਤੋਂ ਬਿਨਾਂ ਸੱਚਾਈ ਕੱਢਣ ਵਾਸਤੇ ਕੋਈ ਰਾਹ ਨਹੀਂ। ਜਦੋਂ ਮੈਂ ਇਹਨੂੰ ਕਹਿਣਾ ਵੀ ਤੂੰ ਗੁਰਦੁਆਰਾ ਸਾਹਿਬ ਆ ਤੇ ਉੱਥੇ ਭਾਈ ਤੂੰ ਆਪਦੇ ਪੁੱਤ ਦੀ ਕਸਮ ਖਾ ਜਾ ਤੇ ਮੈਂ ਆਪਦੇ ਦੀ ਖਾ ਜੂ, ਉਦੋਂ ਫਿਰ ਇਹ ਕਿਉਂ ਭੱਜ ਜਾਂਦਾ? ਹੁਣ ਵੀ ਮੈਂ ਕਹਿਣਾ, ਪਹਿਲਾਂ ਵੀ ਭੱਜਿਆ, ਇਹ ਥਾਣਿਆਂ ਦੇ ਵਿੱਚ ਵੀ ਭੱਜਿਆ, ਡਿਪਟੀ ਸਾਹਿਬ ਦੇ ਵੀ ਭੱਜਿਆ, ਭੱਜ ਗਈ ਤਾਂ ਫਿਰ ਇਹ ਫੌਰਨ 'ਚ ਗਿਆ ਸੀ ਵੀ ਹੁਣ ਮੈਨੂੰ ਸਾਰੇ ਅਕਾਊਂਟ ਦਿਖਾਉਣੇ ਪੈਣੇ ਸੀ। ਅੱਜ ਵੀ ਜੇ ਮੈਂ ਇਹ ਗੱਲ 9 ਤਰੀਕ ਵਾਸਤੇ ਮੈਂ ਤੁਹਾਨੂੰ ਸਾਂਝੀ ਕਰਦਾ, 9 ਤਰੀਕ ਦੀ ਅੱਜ ਵੀ ਮੈਂ ਕਹਿਣਾ, ਬੇਸ਼ੱਕ ਉਹਦੇ 'ਚ ਪੁਲਿਸ ਕਾਰਵਾਈ ਕਰੇ ਨਾ ਕਰੇ, ਉਹ ਉਹਨਾਂ ਦੀ ਆਪਦੀ ਹੈਗੀ ਹੈ ਰਿਸਪੌਂਸੀਬਿਲਟੀ। ਲੇਕਿਨ ਜੇ ਇਹ ਬਿਆਨ ਦਿੰਦਾ, ਮੈਂ ਉਸ ਗੱਲ ਤੇ ਕਹਿਣਾ ਵੀ ਤੁਸੀਂ ਮੇਰੇ ਨਾਲ ਚੱਲੋ, ਠੀਕ ਹੈ, ਇਹਨੂੰ ਕਰੋ ਤਿਆਰ। ਆਪਾਂ ਕਿਸੇ ਵੀ ਗੁਰਦੁਆਰੇ ਸਾਹਿਬ ਜਾਂਦੇ ਆ, ਇਹ ਆਪਦੇ ਪੁੱਤ ਦੀ ਸਹੁੰ ਖਾ ਜੇ, ਮੈਂ ਆਪਦੇ ਦੀ ਖਾ ਜੂ, ਲੱਗ ਜੂ ਪਤਾ ਝੂਠਾ ਕੌਣ ਸੱਚਾ ਕੌਣ। ਇਹਨੇ ਜਾਣਸਾਰ ਰੱਜ ਕੇ ਇਹਨੇ ਸ਼ਰਾਬ ਪੀਤੀ ਹੋਈ ਸੀ, ਜਾਣਸਾਰ ਮੇਰੇ ਤੇ ਅਟੈਕ ਕਰਤਾ, ਮਰੀਜ਼ਾਂ ਨੂੰ ਬਾਹਰ ਭਜਾਤਾ ਇਹਨੇ। ਦੇਖੋ ਜਿਹੜਾ ਕੋਈ ਆਪਦੀ ਕੋਈ ਇਹ ਕਹਿੰਦਾ ਮੈਂ ਤਾਂ ਉੱਥੇ ਗੇੜਾ ਮਾਰਨ ਗਿਆ ਸੀ, ਗੇੜਾ ਮਾਰਨ ਕੋਈ ਐਂ ਜਾਂਦਾ ਹੁੰਦਾ? ਨਾਲੇ ਠੀਕ ਹੈ, ਸ਼ਾਮ ਇਹਨੂੰ ਦੇ ਟਾਈਮ ਸ਼ਰਾਬ ਪੀ ਕੇ ਕੋਈ ਸ਼ਾਮ ਦੇ ਟਾਈਮ ਗੇੜਾ ਮਾਰਨ ਨਹੀਂ ਦਿਨੇ ਜਾ ਜਾਂਦਾ। ਤੂੰ। ਬਲਵੀਰ ਟੇਲਰ ਹੁਣੀ, ਸੁਣੋ, ਬਲਵੀਰ ਟੇਲਰ ਹੁਣੀ, ਰਘਵੀਰ ਟੇਲਰ, ਉਹ ਦੋਨੇ ਭਰਾ, ਉਹਨਾਂ ਦੇ 5-6 ਮੁਲਾਜ਼ਮ ਕੰਮ ਕਰਦੇ ਆ, ਉਹਨਾਂ ਨੇ ਸਾਨੂੰ ਉੱਥੇ ਬਕਾਇਦਾ ਛੜਾਇਆ। ਇਹ ਕਿਵੇਂ ਭੱਜੂਗਾ? ਹੁਣ ਤੱਕ ਸੋ ਝੂਠ ਹੀ ਬੋਲਦਾ ਆਇਆ ਜੀ। ਸੋ ਭੱਜ ਨਹੀਂ ਸਕਦਾ। ਤੁਸੀਂ ਉਹਨੂੰ, ਤੁਸੀਂ ਜੇ ਕਲੀਅਰ ਕਰਨਾ ਹੈ, ਠੀਕ ਹੈ, ਤੇ ਇਸ ਕਲੀਅਰ ਕਰ ਸਕਦੇ ਉਹਨੂੰ ਜਾ ਕੇ, ਮੈਂ ਤਾਂ ਤੁਹਾਨੂੰ ਬਿਆਨ ਦੇਤਾ ਨਾ, ਤੁਸੀਂ ਰੁਪਿੰਦਰ ਸਿੰਘ ਨੂੰ ਜਾ ਕੇ ਪੁੱਛ ਲਓ ਵੀ ਤੁਸੀਂ ਆਪਦੇ ਪੁੱਤ ਦੀ ਸਹੁੰ ਖਾਂਦੇ ਆ। ਸਾਗਰ ਸਿੰਘ ਤਾਂ ਖਾਂਦਾ, ਉਹ ਤਾਂ ਸਾਡੇ ਕਹਿੰਦਾ ਵੀ ਨਾਲ ਚੱਲੋ, ਤੁਸੀਂ ਨਾਲ ਤੁਰਦੇ ਆ, ਜਿੱਥੇ ਉਹ ਕਹੂਗਾ ਤੁਸੀਂ ਧਾਰਮਿਕ ਜਗ੍ਹਾ ਤੇ ਉੱਥੇ ਜਾ ਕੇ ਆਪਦੇ ਪੁੱਤ ਦੀ ਸਹੁੰ ਖਾ ਜਾਓ ਵੀ ਤੁਸੀਂ ਹਮਲਾ ਨਹੀਂ ਕੀਤਾ। ਮੈਂ ਉਹ ਸਾਰੀ ਆਪਦੀ ਜਿਹੜੀ ਆ ਆਪਦੀ ਸਟੇਟਮੈਂਟ ਆ, ਐਪਲੀਕੇਸ਼ਨ ਉਹ ਵਾਪਸ ਲੈਣਾ। ਜਿਹੜਾ ਹੁਣ ਮਕਸਦ, ਜਿਹੜਾ ਹੁਣ ਦੁਬਾਰਾ ਉਹਨਾਂ ਨੇ ਸਵਾਲ ਚੱਕਿਆ, ਜਿਹੜੀ ਆਪਾਂ ਪ੍ਰੈਸ ਕਾਨਫਰੰਸ ਹੁਣ ਦੁਬਾਰਾ ਕਰ ਰਹੇ ਆ, ਜਿਹੜਾ ਲਾਇਸੈਂਸ ਨੂੰ ਲੈ ਕੇ, ਉਹ ਤੁਸੀਂ ਜਿਹੜਾ ਪ੍ਰੈਸ ਨਾਲ ਸਾਂਝਾ ਕਰ ਸਕਦੇ ਹੋ ਕਿ ਜਿਹੜਾ ਵੀ ਤੁਹਾਡੇ ਕੋਲ ਲਾਇਸੈਂਸ ਹੈਗਾ? ਜਿਹੜਾ ਉਹਨਾਂ ਨੇ ਸਵਾਲ ਕੀਤਾ, ਉਹ ਕਹਿੰਦੇ ਵੀ ਨਹੀਂ, ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈਗਾ। ਵੇਖੋ ਹੁਣ ਤਾਂ ਆਪਾਂ ਇੱਥੇ ਬੈਠੇ ਹਨ, ਕੋਈ ਗੱਲ ਨਹੀਂ, ਤੁਸੀਂ ਉੱਥੇ ਦੁਕਾਨ ਤੇ ਆ ਜਾਓ, ਠੀਕ ਹੈ, ਠੀਕ ਹੈ, ਉਹ ਸਰਕਾਰ ਵੱਲੋਂ ਬਕਾਇਦਾ ਐਥੋਰਾਈਜ਼ਡ ਹੈ,
ਠੀਕ ਹੈ, ਸਮਾਲ ਸਕੇਲ ਦਾ ਉਹ ਠੀਕ ਹੈ ਉਹ ਮੇਰਾ ਬਣਵਾਇਆ ਹੋਇਆ। ਵੈਸੇ ਮੈਂ ਉਹ ਜਿਹੜਾ ਮੇਰਾ ਲਾਇਸੈਂਸ ਬਣਾਇਆ ਨਾ ਉਹ ਮੈਂ ਉਹ 'ਤੇ ਵੀ ਉਵੇਂ ਕੰਮ ਨਹੀਂ ਕਰਦਾ। ਮੇਰਾ ਕੰਮ ਸਿਰਫ ਮੈਡੀਕਲ ਪ੍ਰੈਕਟਿਸ, ਠੀਕ ਹੈ, ਉਹ ਆਪਦਾ ਮੈਂ ਆਯੁਰਵੈਦਿਕ ਦਵਾਈਆਂ ਲੋਕਾਂ ਨੂੰ ਦੇ ਕੇ ਆਪਦਾ 5-10 ਮਰੀਜ਼ ਦੇਖ ਕੇ ਆਪਦਾ ਬਿਹੜਾ ਪੂਰਾ ਕਰ ਲੈਣਾ ਬਸ, ਕਿਉਂਕਿ ਹੋਰ ਤਾਂ ਹੁਣ ਕੋਈ ਹੈ ਨਹੀਂ। ਮੇਰੇ ਜੋ ਮੈਨੇ 30-35 ਲੱਖ ਦਾ ਕਰਜ਼ਾ ਛੱਡਿਆ ਪਿਆ, ਪ੍ਰਾਪਰਟੀਆਂ ਮੇਰੀਆਂ ਸਾਰੀਆਂ ਬੈਂਕ 'ਚ ਪਈਆਂ, ਭੁੱਖੇ ਅਸੀਂ ਮਰਦੇ ਸੀ, ਹੁਣ ਹੋਰ ਅਸੀਂ ਕੀ ਕਰੀਏ। ਠੀਕ ਹੈ ਠੀਕ ਹੈ, ਧੰਨਵਾਦ। thank you।